ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਪਰਮੇਸ਼ਰ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਹੋਈ ਹੈ ਪਰਮਾਤਮਾ ਵੱਲੋਂ, ਅੰਮ੍ਰਿਤ ਵੇਲੇ ਜਾਗਣ ਵਾਲੇ ਗੁਰਮੁਖ ਜਨ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਜਸ ਕਰਦੇ ਹਨ ਅਤੇ ਸੁਣਦੇ ਨੇ। ਗੁਰਮੁਖਾਂ ਦੀ ਅਵਸਥਾ ਹੈ ਕਿ ਜਦ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤੇ ਉਸ ਤੋਂ ਪਹਿਲੇ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਹੈ ਕਿ ਕਾਰਜ ਸੁਚੱਜੇ ਢੰਗ ਦੇ ਨਾਲ ਰਸ ਹੋਵੇ। ਦਿਨ ਆਇਆ ਹੈ, ਰਾਤ ਦੀ ਸ਼ੁਰੂਆਤ ਹੋਣ ਲੱਗੀ ਹੈ ਤੇ ਗੁਰਮੁਖ ਪਰਮਾਤਮਾ ਦਾ ਸ਼ੁਕਰਾਨਾ ਸੰਧਿਆ ਦੇ ਟਾਈਮ 'ਤੇ ਕਰਦੇ ਨੇ। ਰਾਤ ਆਨੰਦ ਦੇ ਨਾਲ ਬਤੀਤ ਹੋਈ ਹੈ। ਰਾਤ ਦੇ ਚੌਥੇ ਪਹਿਰ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਿ ਬੜੇ ਸੁਚੱਜੇ ਢੰਗ ਦੇ ਨਾਲ ਰਾਤ ਜਿਹੜੀ ਬਤੀਤ ਹੋਈ ਹੈ। ਆਉਣ ਵਾਲਾ ਜਿਹੜਾ ਦਿਨ ਹੈ, ਇਹ ਪਰਮਾਤਮਾ ਕਿਰਪਾ ਕਰਿਓ ਮੇਰੀ ਜ਼ਿੰਦਗੀ ਤੋਂ ਕਿਸੇ ਦਾ ਬੁਰਾ ਨਾ ਹੋਵੇ, ਮੇਰੇ ਕਾਰਨ ਕਰਕੇ ਕਿਸੇ ਦੀ ਅੱਖ ਦੇ ਵਿੱਚੋਂ ਹੰਝੂ ਨਾ ਡਿੱਗਣ, ਮੇਰੇ ਬੋਲਾਂ ਕਰਕੇ ਕਿਸੇ ਦਾ ਮਨ ਨਾ ਟੁੱਟੇ, ਮੇਰੇ ਕਾਰਨ ਕਰਕੇ ਕਿਸੇ ਦਾ ਘਰ ਦਾ ਨੁਕਸਾਨ ਨਾ ਹੋਵੇ। ਐਸੀਆਂ ਅਰਦਾਸਾਂ ਲੈ ਕੇ ਪਰਮਾਤਮਾ ਦੇ ਦਰ 'ਤੇ ਗੁਰਮੁਖ ਸੱਜਣ ਪਹੁੰਚਦੇ ਨੇ। ਗੁਰਮੁਖਾਂ ਦੀ ਇਹ ਅਵਸਥਾ ਹੈ ਕਿ ਪਹਿਲੇ ਆਪਣੇ ਜੀਵਨ ਦਾ ਭਲਾ ਕੀਤਾ ਹੈ, ਹੁਣ ਹੋਰ ਜਿਹੜੇ ਜੀਵਨ ਨੇ, ਜਿਹੜੇ ਅੰਧਕਾਰ ਦੇ ਵਿੱਚ ਚੱਲ ਰਹੇ ਨੇ, ਉਹਨਾਂ ਦਾ ਹੁਣ ਭਲਾ ਕਰਨਾ ਹੈ। ਨਾਸਤਕ ਬੰਦਿਆਂ ਦਾ ਜੀਵਨ ਹੈ ਸਾਰੀ ਜ਼ਿੰਦਗੀ ਕਿਸੇ ਬਾਰੇ ਮਾੜਾ ਸੋਚਿਆ, ਸਾਰੀ ਜ਼ਿੰਦਗੀ ਕਰਦਾ ਰਿਹਾ, ਅੰਤ ਨੂੰ ਮਾੜੇ ਕੰਮ ਕਰ ਕਰਕੇ ਬਹੁਤ ਕੁਛ ਇਹਨੇ ਇਕੱਠਾ ਕਰ ਲਿਆ, ਪਰ ਜਿਹੜੀ ਇਹਦੀ ਅੰਦਰ ਦੀ ਸ਼ਕਤੀ ਸੀ ਉਹ ਬਿਲਕੁਲ ਅੰਦਰੋਂ ਕੰਗਾਲ ਹੋ ਗਿਆ। ਅੰਦਰੋਂ ਮਨੁੱਖ ਕੰਗਾਲ ਹੋਵੇ, ਬਾਹਰੋਂ ਮਨੁੱਖ ਬਹੁਤ ਵੱਡਾ ਧਨਵਾਨ ਹੋਵੇ। ਐਸੇ ਮਨੁੱਖ ਨੂੰ ਆਪਣਾ ਜੀਵਨ ਲਗਾਉਣਾ ਬਹੁਤ ਔਖਾ ਹੋ ਜਾਂਦਾ ਹੈ। ਨਾਸਤਕ ਬੰਦਿਆਂ ਦੀ ਤੇ ਸੋਚ ਹੀ ਕੇਵਲ ਤੇ ਕੇਵਲ ਇੱਥੇ ਖੜੀ ਹੈ ਕਿ ਬਹੁਤੇ ਅਮੀਰ ਹੋ ਜਾਈਏ।
ਅਮੀਰ ਬੰਦੇ ਦੀਆਂ ਚੰਨ ਦਿਨਾਂ ਦੀਆਂ ਵਡਿਆਈਆਂ ਇਸ ਦੁਨੀਆ ਦੇ ਵਿੱਚ ਹਨ। ਔਰ ਜਿਹੜਾ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ, ਸਿਮਰਨ ਬੰਦਗੀ ਦੇ ਵਿੱਚ ਜੁੜਿਆ ਹੋਇਆ ਹੈ, ਉਹਦੇ ਕੋਲ ਬਾਹਰੀ ਸ਼ਕਤੀ ਭਾਵੇਂ ਘੱਟ ਹੈ, ਪਰ ਜਿਹਦੇ ਕੋਲ ਬਾਹਰੀ ਸ਼ਕਤੀ ਹੈ ਉਹਨਾਂ ਦੇ ਨਾਲੋਂ ਅੰਦਰ ਸ਼ਕਤੀ ਵਾਲਾ ਮਨੁੱਖ ਬਹੁਤ ਸਮਾਜ ਦੇ ਵਿੱਚ ਸੁਖੀ ਰਹਿੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਭਰਿਆ ਹੋਏ ਸੋ ਕਬਹੁ ਨਾ ਡੋਲੈ। ਭਰਿਆ ਹੋਇਆ ਬਰਤਨ ਬਹੁਤ ਘੱਟ ਡੋਲਦਾ ਹੈ, ਖਾਲੀ ਭਾਂਡੇ ਜ਼ਿਆਦਾ ਡੋਲਦੇ ਨੇ। ਨਾਸਤਿਕ ਬੰਦਿਆਂ ਦਾ ਇਹ ਕਹਿਣਾ ਹੈ ਕਿ ਭਜਨ ਬਿਨਾ ਸਰ ਜਾਵੇਗਾ, ਭੋਜਨ ਤੋਂ ਬਿਨਾ ਨਹੀਂ ਸਰੇਗਾ। ਜਿੱਥੇ ਤਨ ਦੀ ਖੁਰਾਕ ਭੋਜਨ ਹੈ, ਰੋਟੀ ਹੈ, ਉੱਥੇ ਮਨ ਦੀ ਖੁਰਾਕ ਭਜਨ ਹੈ। ਮਨੁੱਖ ਭਜਨ ਸਿਮਰਨ ਕਰ ਰਿਹਾ ਹੈ ਤੋ ਜਿੱਥੇ ਇਸ ਦੇ ਸਰੀਰ ਨੂੰ ਤਾਕਤ ਮਿਲਦੀ ਹੈ, ਉੱਥੇ ਮਨ ਵੀ ਇਸ ਦਾ ਬਲਵਾਨ ਰਹਿੰਦਾ ਹੈ। ਤਨ ਦਾ ਕੀ ਹੈ? ਇਸ ਸ੍ਰਿਸ਼ਟੀ ਦੇ ਅੰਦਰ ਤਨ 'ਤੇ ਭਾਵੇਂ ਕਰੋੜਾਂ ਰੁਪਈਆਂ ਦੇ ਵਸਤਰ ਪਾਏ ਹੋਣ, ਪਰ ਜੇ ਮਨੁੱਖ ਦਾ ਮਨ ਕੰਗਾਲ ਹੈ ਤਾਂ ਕਰੋੜਾਂ ਰੁਪਈਆਂ ਦੇ ਪਾਏ ਹੋਏ ਵਸਤਰਾਂ ਦੇ ਵਿੱਚੋਂ ਵੀ ਕੰਗਾਲਤਾ ਨਜ਼ਰ ਆਵੇਗੀ। ਔਰੰਗਜ਼ੇਬ ਦੇ ਸਮੇਂ ਦਿੱਲੀ ਦੇ ਸ਼ਹਿਰ ਬਾਜ਼ਾਰ ਦੇ ਵਿੱਚ ਇੱਕ ਫਕੀਰ ਹੋਇਆ, ਸਰਮਦ ਫਕੀਰ। ਅਕਸਰ ਉਹ ਫਕੀਰ ਸੀ ਜਿਹੜਾ ਸਮਾਜ ਦੇ ਵਿੱਚ ਨਗਨ ਰਹਿੰਦਾ ਸੀ। ਅਤੇ ਨਗਨਤਾ ਜਿਹੜੀ ਹੈ ਇਹ ਸਮਾਜ ਨੂੰ ਕਬੂਲ ਨਹੀਂ ਹੈ। ਔਰ ਨਗਨਤਾ ਸਮਾਜ ਦੇ ਵਿੱਚ ਹਮੇਸ਼ਾ ਇਸ ਨੂੰ ਢੱਕ ਕੇ ਰੱਖਿਆ ਜਾਂਦਾ ਹੈ। ਕਮਾਲ ਦੀ ਗੱਲ ਹੈ, ਛੋਟਾ ਜਿਹਾ ਨਿਦਾਨ ਬੱਚਾ ਨਗਨ ਹੋਵੇ ਅਤੇ ਉਸ ਦੀ ਨਗਨਤਾ ਨਜ਼ਰ ਨਹੀਂ ਆਉਂਦੀ। ਸਮਾਜ ਦੇ ਵਿੱਚ ਐਸੇ ਵੱਡੇ ਮਨੁੱਖ ਨੇ ਜਿਨ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਵਸਤਰ ਪਾਏ ਹੋਏ ਨੇ, ਇਹਨਾਂ ਦੀ ਨਗਨਤਾ ਫਿਰ ਵੀ ਨਜ਼ਰ ਆ ਰਹੀ ਹੈ। ਇਹ ਗੱਲ ਸਮਾਜ ਦੇ ਵਿੱਚ ਆਮ ਦੇਖਣ ਨੂੰ ਅਜੋਕੇ ਅੱਜ ਦੇ ਸਮੇਂ ਦੇ ਵਿੱਚ ਮਿਲ ਰਹੀ ਹੈ। ਬੱਚੇ ਦਾ ਨਗਨ ਸਰੀਰ ਕਾਮ ਦੀ ਇੰਨੀ ਪ੍ਰਦਰਸ਼ਨੀ ਨਹੀਂ ਕਰਦਾ ਜਿੰਨਾ ਵੱਡੇ ਬੰਦਿਆਂ ਦਾ ਢਕਿਆ ਹੋਇਆ ਸਰੀਰ ਕਾਮ ਦੀ ਪ੍ਰਦਰਸ਼ਨੀ ਸਮਾਜ ਵਿੱਚ ਕਰ ਰਿਹਾ ਹੈ। ਤੋ ਨਗਨਤਾ ਜਿਹੜੀ ਹੈ ਇਹ ਸਮਾਜ ਨੂੰ ਕਬੂਲ ਨਹੀਂ ਹੈ। ਔਰੰਗਜ਼ੇਬ ਆਪਣੇ ਮਹਿਲਾਂ ਵਿੱਚੋਂ ਨਿਕਲਿਆ, ਉਹਨੂੰ ਨਗਨ ਦੇਖ ਕੇ ਬੜਾ ਭੈਭੀਤ ਹੋ ਗਿਆ ਕਿ ਕਮਾਲ ਦੀ ਗੱਲ ਹੈ ਕਿ ਸਾਰੇ ਲੋਕ ਵਸਤਰ ਪਾ ਕੇ ਰੱਖਦੇ ਨੇ, ਤੋ ਇੱਕੋ ਹੀ ਮਨੁੱਖ ਹੈ ਜਿਹੜਾ ਸਮਾਜ ਦੇ ਵਿੱਚ ਨਗਨ ਫਿਰਦਾ ਹੈ। ਸਮਾਜ ਇਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ।
ਅਕਸਰ ਫਕੀਰਾਂ ਦੀਆਂ ਰਹਿਸ ਰਮਜ ਦੇ ਵਿੱਚ ਗੱਲਾਂ ਕਹਿਣੀਆਂ ਕਿਸੇ ਵੇਲੇ ਵਾਂਝੇ ਦੀ ਸਮਝ ਵਿੱਚ ਆਉਂਦੀਆਂ ਨੇ। ਹਰ ਇੱਕ ਮਨੁੱਖ ਫਕੀਰ ਦੀ ਗੱਲ ਨੂੰ ਸਮਝ ਨਹੀਂ ਸਕਦਾ। ਕਾਰਨ ਕੀ ਹੁੰਦਾ ਹੈ? ਉਹਦਾ ਕਾਰਨ ਹੁੰਦਾ ਹੈ ਕਿ ਜਿਹੜੀ ਫਕੀਰ ਦੀ ਗੱਲ ਹੁੰਦੀ ਹੈ, ਪੈਗੰਬਰ ਦੀ ਗੱਲ ਹੁੰਦੀ ਹੈ, ਇਹ ਮਨੁੱਖ ਉਹ ਗੱਲ ਉੱਚੀ ਬਹੁਤ ਹੁੰਦੀ ਹੈ, ਮਨੁੱਖ ਦੇ ਸਿਰ ਉੱਪਰੋਂ ਦੀ ਲੰਘ ਜਾਂਦੀ ਹੈ। ਸਮਾਜ ਦੇ ਵਿੱਚ ਇੱਕ ਪਾਗਲ ਬੰਦਾ ਹੈ ਜਿਹਦੀ ਗੱਲ ਨੂੰ ਕੋਈ ਪ੍ਰਵਾਨ ਨਹੀਂ ਕਰਦਾ। ਦੋ ਹੀ ਬੰਦੇ ਐਸੇ ਨੇ ਜਿਹੜਾ ਸਮਾਜ ਜਿਨ੍ਹਾਂ ਦੀ ਗੱਲ ਨਹੀਂ ਮੰਨਦਾ, ਇੱਕ ਪਾਗਲ ਦੀ, ਇੱਕ ਫਕੀਰ ਦੀ। ਕਾਰਨ ਕਿ ਪਾਗਲ ਦੀ ਜਿਹੜੀ ਗੱਲ ਹੈ ਉਹ ਮਨੁੱਖ ਦੇ ਪੈਰਾਂ ਥੱਲੇ ਦੀ ਲੰਘ ਜਾਂਦੀ ਹੈ। ਇੰਨੀ ਨੀਵੀਂ ਗੱਲ ਪਾਗਲ ਕਰਦਾ ਹੈ। ਫਕੀਰ ਦੀ ਗੱਲ ਇੰਨੀ ਉੱਚੀ ਹੁੰਦੀ ਹੈ ਕਿ ਉਹਦੀ ਗੱਲ ਸਮਾਜ ਦੇ ਸਿਰ ਉੱਪਰੋਂ ਦੀ ਲੰਘ ਜਾਂਦੀ ਹੈ। ਤਾਂ ਦੋਨਾਂ ਦੀਆਂ ਗੱਲਾਂ ਇਹਦੀ ਸਮਝ ਦੇ ਵਿੱਚ ਨਹੀਂ ਆਉਂਦੀਆਂ। ਨਾ ਇਹ ਫਕੀਰ ਦੀ ਗੱਲ ਸਮਝਣ ਨੂੰ ਤਿਆਰ ਹੈ ਅਤੇ ਨਾ ਹੀ ਪਾਗਲ ਦੀਆਂ ਗੱਲਾਂ ਇਹਦੀ ਸਮਝ ਵਿੱਚ ਆਉਂਦੀਆਂ ਨੇ। ਜਿਹੜੇ ਪਾਗਲ ਮਨੁੱਖ ਨੇ, ਅਕਸਰ ਦੁਨੀਆ ਦੇ ਵਿੱਚ ਬਹੁਤੀ ਵੱਡੀ ਭੀੜ ਪਾਗਲ ਮਨੁੱਖਾਂ ਦੀ ਲੱਗ ਜਾਂਦੀ ਹੈ। ਦੁਨੀਆ ਦੇ ਵਿੱਚ ਕਰੋੜਾਂ ਤਰ੍ਹਾਂ ਦੀ ਆਪਣੇ ਸਰੀਰ ਦੀ ਬਰਬਾਦੀ ਕਰਨ ਵਾਸਤੇ ਕਰੋੜਾਂ ਤਰ੍ਹਾਂ ਦੇ ਪਦਾਰਥ ਸਰੀਰ ਵਿੱਚ ਜਦ ਬੰਦਾ ਪਾ ਲੈਂਦਾ ਹੈ, ਇਹ ਪਾਗਲਾਂ ਦੀ ਸ਼੍ਰੇਣੀ ਵਿੱਚ ਚਲਿਆ ਜਾਂਦਾ ਹੈ। ਤਾਂ ਜਦ ਪਾਗਲਾਂ ਦੀ ਸ਼੍ਰੇਣੀ ਦੇ ਵਿੱਚ ਚਲਿਆ ਜਾਂਦਾ, ਇਹਦੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਰਹਿੰਦਾ। ਬਹੁਤੀ ਦੁਨੀਆ ਪਾਗਲਾਂ ਦੀ ਬੜੇ ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕਰਦੀ ਹੈ। ਜਿਹੜੇ ਸਾਧੂ ਮਹਾਤਮਾ ਤੱਤ ਵੇਤੇ ਆਏ ਸੀਸਿਆਂ ਦੀ ਤਰ੍ਹਾਂ, ਜਿਨ੍ਹਾਂ ਨੇ ਸੀਸਾ ਦਿਖਾਇਆ, ਦੁਨੀਆ ਨੇ ਸਾਰੇ ਸੀਸੇ ਭੰਨੇ ਨੇ। ਕਿਉਂ? ਕਿਉਂਕਿ ਸੀਸੇ ਨੂੰ ਭੰਨਣਾ ਬੜਾ ਆਸਾਨ ਹੈ, ਪੱਥਰ ਨੂੰ, ਪਾਗਲ ਨੂੰ ਭੰਨਣਾ ਬੜਾ ਔਖਾ ਹੋ ਜਾਂਦਾ ਹੈ। ਪਾਗਲ ਬੰਦਾ ਤੇ ਪੱਥਰ ਦੀ ਤਰ੍ਹਾਂ ਹੋ ਜਾਂਦਾ ਹੈ, ਉਹਨੂੰ ਭੰਨਣਾ ਬੜਾ ਔਖਾ ਹੈ। ਦੁਨੀਆ ਉਸ ਨੂੰ ਭੰਨ ਨਹੀਂ ਸਕਦੀ। ਇਸ ਕਰਕੇ ਜਿਹੜੀ ਪਾਗਲਾਂ ਦੀ ਸਾਂਭ ਸੰਭਾਲ ਹੈ ਉਹ ਤਾਂ ਕੀਤੀ ਜਾਂਦੀ ਹੈ, ਪੀਰ ਫਕੀਰਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ। ਦੁਨੀਆ ਉਸ ਨੂੰ ਤਸੀਹੇ ਦਿੰਦੀ ਹੈ। ਪਾਗਲਾਂ ਦੀ ਸਾਂਭ ਸੰਭਾਲ ਵਾਸਤੇ ਤੇ ਅਨੇਕਾਂ ਸਾਧਨ ਦੁਨੀਆ ਦੇ ਵਿੱਚ ਜੁਟਾਏ ਨੇ। ਪਾਗਲਖਾਨੇ ਬਣੇ ਹੋਏ ਨੇ, ਹੋਰ ਅਨੇਕਾਂ ਤਰ੍ਹਾਂ ਦੇ ਸਾਧਨ ਜੁਟੇ ਹੋਏ ਨੇ। ਖੈਰ, ਇਹ ਫਕੀਰ ਨੇ ਔਰੰਗਜ਼ੇਬ ਕਹਿਣ ਲੱਗਿਆ, ਤੇਰੇ ਕੋਲ ਬਹੁਤ ਵੱਡਾ ਬਸਤਰ ਪਿਆ ਸੀ ਉਹਦੇ ਕੋਲ। ਕਹਿੰਦਾ, ਚੁੱਕ ਕੇ ਆਪਣੇ ਤਨ 'ਤੇ ਲੈ ਲੈ, ਤੇਰਾ ਨਗਨ ਤਾਂ ਢੱਕਿਆ ਜਾਊਗਾ। ਕਹਿੰਦਾ, ਨਹੀਂ ਲੈਣਾ। ਔਰੰਗਜ਼ੇਬ ਨੇ ਘੋੜੇ 'ਤੇ ਬੈਠੇ ਨੇ ਇੱਕ ਦੁਸਾਲਾ ਸੁੱਟਿਆ ਇਹਦੇ ਵੱਲ। ਕੀਮਤੀ ਦੁਸਾਲਾ ਜਦੋਂ ਸੁੱਟਿਆ ਵੀ ਆਪਣੀ ਨਗਨਤਾ ਢੱਕ ਲੈ, ਤੇ ਉਹਨੇ ਕੀ ਕੀਤਾ? ਉਹਨੇ ਉਸ ਦੁਸਾਲੇ ਨੂੰ ਆਪਣੇ ਸਿਰ 'ਤੇ ਬੰਨ੍ਹ ਲਿਆ। ਦੁਸਾਲੇ ਨੂੰ ਸਿਰ 'ਤੇ ਬੰਨ੍ਹ ਲਿਆ। ਔਰੰਗਜ਼ੇਬ, ਜੇ ਤਨ ਢੱਕਣਾ ਹੋਵੇ ਤੇ ਪਹਿਲੇ ਆਪਣਾ ਸਿਰ ਢੱਕਣਾ ਪੈਂਦਾ ਹੈ। ਸਿਰ ਢੱਕਿਆ ਜਾਵੇ ਤੇ ਤਨ ਢੱਕਿਆ ਜਾ ਸਕਦਾ ਹੈ, ਵਰਨਾ ਜੇ ਤਨ ਢੱਕਿਆ ਹੋਵੇ, ਸਿਰ ਨਗਨ ਹੋਵੇ, ਤੇ ਮਨੁੱਖ ਨਗਨ ਦੀ ਤਰ੍ਹਾਂ ਹੀ ਰਹਿੰਦਾ ਹੈ। ਪੁਰਾਤਨ ਸਮਿਆਂ ਦਾ ਜ਼ਮਾਨਾ, ਜਦੋਂ ਘਰਾਂ ਦੇ ਵਿੱਚ ਭੋਜਨ ਬਣਦਾ ਸੀ ਨਾ, ਉਦੋਂ ਭੋਜਨ ਜਿਹੜਾ ਭੋਜਨ ਤਿਆਰ ਕਰਨ ਵਾਲੀ ਔਰਤ ਹੁੰਦੀ ਸੀ, ਉਹਦਾ ਸਿਰ ਬਿਲਕੁਲ ਢੱਕਿਆ ਹੁੰਦਾ ਸੀ। ਵੈਸੇ ਵੀ ਤਕਰੀਬਨ ਅੱਜ ਤੋਂ 50 ਸਾਲ ਪਹਿਲਾਂ ਅਸੀਂ ਦੇਖੀਏ ਨਿਗਾਹ ਮਾਰ ਕੇ, ਹਰ ਇੱਕ ਲੜਕੀ ਦਾ, ਹਰ ਇੱਕ ਬੱਚੀ ਦਾ, ਹਰ ਇੱਕ ਮਾਂ ਦਾ ਔਰ ਬੱਚੇ ਦਾ, ਪਿਤਾ ਦਾ, ਸਭ ਦਾ ਜਿਹੜਾ ਸਿਰ ਸੀ ਉਹ ਬੜੇ ਸੁਚੱਜੇ ਢੰਗ ਦੇ ਨਾਲ ਢੱਕਿਆ ਹੁੰਦਾ ਸੀ। ਪੁਰਾਤਨ ਸਮਿਆਂ ਦੀ ਤੇ ਮਰਿਆਦਾ ਬਣੀ ਹੋਈ ਸੀ ਕਿ ਜੇ ਭੋਜਨ ਬਣਾਉਂਦੀ ਔਰਤ ਦੇ ਸਿਰ ਤੋਂ ਚੁੰਨੀ ਲੈ ਜਾਂਦੀ ਤੇ ਉਹਦੇ ਹੱਥ ਦਾ ਕੋਈ ਭੋਜਨ ਨਹੀਂ ਛਕਦਾ ਹੁੰਦਾ ਸੀ।
ਕਿ ਇਹਨੇ ਨਗਨ ਸਿਰ ਦੇ ਨਾਲ ਭੋਜਨ ਬਣਾਇਆ, ਸਾਰੇ ਪਰਿਵਾਰ ਦੇ ਵਿੱਚੋਂ ਕੋਈ ਭੋਜਨ ਨਹੀਂ ਛਕਦਾ ਹੁੰਦਾ ਸੀ। ਸਿਰ ਨੂੰ ਢੱਕਣਾ, ਕੱਜ ਕੇ ਰੱਖਣਾ ਸਮਾਜ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਸੀ ਇਸ ਗੱਲ ਨੂੰ। ਔਰ ਇਹ ਪੁਰਾਤਨ ਸਮੇਂ ਤੋਂ ਲੈ ਕੇ ਚੱਲਿਆ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਤੇ ਐਲਾਨੀਆਂ ਕਿਹਾ, ਸਿਰ ਦੇ ਉੱਪਰ ਦਸਤਾਰ ਬਖਸ਼ਿਸ਼ ਕੀਤੀ ਹੈ, ਔਰ ਦਸਤਾਰ ਬਖਸ਼ਿਸ਼ ਕਰਕੇ ਸਿੰਘ ਸਜਾਇਆ, ਦਸਤਾਰ ਦੀ ਬਖਸ਼ਿਸ਼ ਕਰਕੇ ਕੌਰ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਨੇ। ਕਿ ਸਿਰ ਢੱਕਿਆ ਹੋਵੇ। ਅਜੋਕੇ ਸਮੇਂ ਦੇ ਵਿੱਚ ਐਸਾ ਨਹੀਂ ਰਹਿ ਗਿਆ। ਅਜੋਕੇ ਸਮੇਂ ਦੀਆਂ ਮਾਤਾਵਾਂ, ਭੈਣਾਂ, ਬੱਚੀਆਂ, ਮਾਫ਼ ਕਰਨਾ ਮਾਤਾਵਾਂ ਸ਼ਬਦ ਵਰਤਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਲੋਕ ਜਿੰਨੇ ਜ਼ਿਆਦਾ ਪੜ੍ਹੇ ਨੇ ਉਹਨਾਂ ਨੇ ਉਹਨੇ ਆਪਣੇ ਜ਼ਿਆਦਾ ਘੱਟ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਖੈਰ ਉਹਨੇ ਦੁਸਾਲਾ ਸੀ ਜਿਹੜਾ ਉਹ ਸਿਰ 'ਤੇ ਬੰਨ੍ਹ ਲਿਆ। ਔਰੰਗਜ਼ੇਬ ਕਹਿਣ ਲੱਗਿਆ, ਕਹਿੰਦੇ ਜਿਹੜਾ ਤੇਰੇ ਕੋਲ ਬੜਾ ਵੱਡਾ ਕੀਮਤੀ ਬਸਤਰ ਪਿਆ, ਇਹ ਬਸਤਰ ਚੁੱਕ ਕੇ ਤੂੰ ਆਪਣੇ ਤਨ 'ਤੇ ਪਹਿਨ ਲੈ, ਵੀ ਤਨ 'ਤੇ ਤੇਰਾ ਢੱਕਿਆ ਜਾਵੇਗਾ। ਉਹ ਫਕੀਰ ਕਹਿਣ ਲੱਗਿਆ, ਜਦ ਸਿਰ ਹੀ ਢੱਕਿਆ ਗਿਆ ਤੇ ਤਨ 'ਤੇ ਸਾਰਾ ਢੱਕਿਆ ਗਿਆ। ਔਰੰਗਜ਼ੇਬ ਨੂੰ ਕਹਿਣ ਲੱਗਿਆ, ਫਕੀਰ ਕਹਿਣ ਲੱਗੇ, ਔਰੰਗਜ਼ੇਬ ਜੇ ਤੂੰ ਆਪਣੇ ਘੋੜੇ ਤੋਂ ਥੱਲੇ ਉਤਰ ਕੇ ਇਹ ਕੱਪੜਾ ਚੱਕ ਕੇ ਮੈਨੂੰ ਫੜਾ ਦੇਵੇਂ ਤੇ ਮੈਂ ਆਪਣਾ ਤਨ ਢੱਕ ਲਵਾਂਗਾ। ਹੁਣ ਫਕੀਰ ਦੇ ਰਹੱਸ ਨੂੰ, ਰਮਜ ਨੂੰ ਸਮਝੇ ਕੌਣ? ਉਹਨਾਂ ਦੀਆਂ ਗੱਲਾਂ ਨੂੰ ਸਮਝੇ ਕੌਣ? ਕਿਉਂਕਿ ਆਮ ਮਨੁੱਖ ਦੇ ਇਹ ਗੱਲਾਂ ਜਿਹੜੀਆਂ ਸਿਰ ਉੱਤੋਂ ਦੀ ਲੰਘ ਜਾਂਦੀਆਂ ਨੇ। ਬਹੁਤੇ ਫਕੀਰਾਂ ਨੂੰ ਰੱਬ ਦੇ ਘਰ ਦੀਆਂ ਗੱਲਾਂ ਸੁਣਾਉਣ ਵਾਲਿਆਂ ਨੂੰ ਵੀ ਦੁਨੀਆ ਨੇ ਪਾਗਲ ਕਿਹਾ। ਬਹੁਤੇ ਕਹਿੰਦੇ ਨੇ ਪਾਗਲ। ਔਰੰਗਜ਼ੇਬ ਕਹਿਣ ਲੱਗਿਆ, ਸਮਾਜ ਦੇ ਵਿੱਚ ਐਸਾ ਚੰਗਾ ਨਹੀਂ ਲੱਗਦਾ। ਚਲੋ ਠੀਕ ਹੈ, ਕੋਈ ਵੱਡਾ ਕੰਮ ਤੇ ਨਹੀਂ ਹੈ। ਘੋੜੇ ਤੋਂ ਉਤਰਿਆ, ਘੋੜੇ ਤੋਂ ਉਤਰ ਕੇ ਉਸ ਬਸਤਰ ਦੇ ਇੱਕ ਕੰਨੀ ਨੂੰ ਹੱਥ ਪਾ ਲਿਆ, ਬਸਤਰ ਚੁੱਕਣ ਲੱਗਿਆ। ਜਦ ਇੱਕ ਕੰਨੀ ਨੂੰ ਹੱਥ ਪਾ ਕੇ ਤੇ ਇੱਕ ਪਾਸਿਓਂ ਕੰਨੀ ਤੋਂ ਬਸਤਰ ਨੂੰ ਚੁੱਕਿਆ ਤੇ ਥੱਲੇ ਸਿਰ ਵੱਢੇ ਪਏ ਨੇ, ਢੇਰ ਲੱਗੇ ਪਏ ਨੇ ਸਿਰਾਂ ਦੇ। ਉੱਥੇ ਹੀ ਰੱਖ ਦਿੱਤਾ। ਰੱਖ ਕੇ ਕਹਿਣ ਲੱਗਿਆ, ਫਕੀਰਾ ਦੇਖਣ ਦੇ ਵਿੱਚ ਤੇ ਐਸਾ ਤੂੰ ਨਹੀਂ ਲੱਗਦਾ ਕਿ ਐਸਾ ਕਰਮ ਕਰਦਾ ਹੋਏਗਾ। ਇਹ ਅਨੇਕਾਂ ਸਿਰ ਕਿਸ ਦੇ ਵੱਢੇ ਪਏ ਨੇ, ਇਹ ਤੇ ਸਿਰਾਂ ਦੇ ਢੇਰ ਲੱਗੇ ਪਏ ਨੇ। ਔਰੰਗਜ਼ੇਬ ਨੂੰ ਕਹਿਣ ਲੱਗੇ, ਸਰਮਦ ਫਕੀਰ ਔਰੰਗਜ਼ੇਬ, ਹੁਣ ਇਸ ਗੱਲ ਦਾ ਫੈਸਲਾ ਤੂੰ ਹੀ ਕਰ ਕਿ ਮੈਂ ਆਪਣੀ ਨਗਨਤਾ ਨੂੰ ਢਕਾਂ ਜਾਂ ਇਹਨਾਂ ਵੱਢੇ ਹੋਏ ਸਿਰਾਂ ਨੂੰ ਢੱਕ ਕੇ ਰੱਖਾਂ। ਇਹ ਕਿਸ ਦੇ ਸਿਰ ਨੇ? ਇਹ ਸਿਰ ਕਿਸ ਦੇ ਹਨ? ਔਰੰਗਜ਼ੇਬ, ਇਹ ਉਹੀ ਸਿਰ ਨੇ ਜਿਹੜੇ ਸਿਰ ਵੱਢ ਕੇ ਤੂੰ ਢੇਰ ਲਾ ਲਾ ਕੇ ਸਿਰਾਂ ਦੇ ਦਿੱਲੀ ਦੇ ਤਖਤ 'ਤੇ ਬੈਠਾ ਹੈ। ਇਹ ਉਹ ਸਿਰ ਨੇ। ਹੁਣ ਮੈਨੂੰ ਤੂੰ ਹੀ ਦੱਸ
ਕਿ ਮੈਂ ਇਸ ਤੇਰੇ ਖੋਟੇ ਕੀਤੇ ਹੋਏ ਕਰਮ ਨੂੰ ਢੱਕ ਕੇ ਰੱਖਾਂ ਕਿ ਆਪਣਾ ਤਨ ਟਕਾਂ। ਕਿਉਂਕਿ ਕਿਸੇ ਮਨੁੱਖ ਦੇ ਵਿੱਚ ਅਵਗੁਣ ਕਿੰਨੇ ਨੇ, ਇਹਨਾਂ ਨੂੰ ਢੱਕ ਕੇ ਰੱਖ ਸਕਦਾ ਹੈ ਕੋਈ ਪੈਗੰਬਰ। ਕਿਸੇ ਮਨੁੱਖ ਦੇ ਵਿੱਚ ਅਵਗੁਣ ਕਿੰਨੇ ਨੇ, ਪਰਦੇ ਚੁੱਕ ਚੁੱਕ ਕੇ ਇਹ ਦੇਖਦੀ ਹੈ ਦੁਨੀਆ। ਦੁਨੀਆ ਦੇਖਦੀ ਹੈ, ਹਰ ਇੱਕ ਮਨੁੱਖ ਨੂੰ ਬੜਾ ਗਹਿਰਾ ਦੇਖਦੀ ਹੈ ਦੁਨੀਆ। ਤੋ ਜਿਵੇਂ ਜਿਵੇਂ ਕਿਸੇ ਮਨੁੱਖ ਨੂੰ ਗਹਿਰਾ ਦੇਖਦੇ ਜਾਂਦੇ ਆ, ਉਵੇਂ ਉਵੇਂ ਉਸ ਦੇ ਵਿੱਚੋਂ ਅਵਗੁਣ ਨਜ਼ਰ ਆਉਂਦੇ ਜਾਂਦੇ ਨੇ। ਹੁਣ ਦੱਸ ਕਿ ਮੈਂ ਇਹਨਾਂ ਸਿਰਾਂ ਨੂੰ ਢੱਕ ਕੇ ਰੱਖਾਂ, ਤੇਰੇ ਗੁਨਾਹਾਂ ਨੂੰ ਢੱਕ ਕੇ ਰੱਖਾਂ, ਜਾਂ ਮੈਂ ਆਪਣਾ ਤਨ ਢਕਾਂ। ਔਰੰਗਜ਼ੇਬ ਨੇ ਸੋਚਿਆ, ਕਹਿੰਦੇ ਜੇ ਹੁਣ ਇਹਨੂੰ ਬਾਹਰ ਛੱਡ ਦਿੱਤਾ ਤੇ ਇਹ ਕਿਸੇ ਦਿਨ ਦੁਨੀਆ ਦੇ ਸਾਹਮਣੇ ਮੈਨੂੰ ਜ਼ਾਹਰ ਕਰੇਗਾ। ਉਸ ਸਰਮਦ ਫਕੀਰ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। 24 ਘੰਟਿਆਂ ਦੇ ਵਿੱਚ ਖੰਨੀ ਰੋਟੀ ਉਹਨੂੰ ਦੇਣੀ ਸ਼ੁਰੂ ਕਰ ਦਿੱਤੀ ਸੀ। ਔਰੰਗਜ਼ੇਬ ਨੇ ਪੁੱਛਿਆ, ਐ ਫਕੀਰ, ਕਮਾਲ ਦੀ ਗੱਲ ਹੈ ਕਿ ਜਦੋਂ ਤੂੰ ਜੇਲ੍ਹ ਖਾਨੇ ਤੋਂ ਬਾਹਰ ਸੀ ਉਦੋਂ ਵੀ ਤੂੰ ਬੜੇ ਸੁੱਖ ਆਨੰਦ ਦੇ ਨਾਲ ਬੜੇ ਸੁੱਖ ਆਨੰਦ ਦੇ ਨਾਲ ਰਹਿ ਰਿਹਾ ਸੀ, ਪਰ ਅੱਜ ਤੂੰ ਜੇਲ੍ਹ ਖਾਨੇ ਦੇ ਵਿੱਚ ਹੈ, ਤੈਨੂੰ ਭੁੱਖਾ ਵੀ ਰੱਖਿਆ ਜਾ ਰਿਹਾ ਹੈ, ਤੈਨੂੰ ਤਸੀਹੇ ਵੀ ਦਿੱਤੇ ਜਾ ਰਹੇ ਨੇ, ਪਰ ਅੱਜ ਫਿਰ ਵੀ ਤੂੰ ਸੁੱਖ ਤੇ ਆਨੰਦ ਦੇ ਵਿੱਚ ਹੈ, ਤੇਰੇ ਚਿਹਰੇ ਤੇ ਕੋਈ ਦੁੱਖ ਦੀ ਲਕੀਰ ਨਜ਼ਰ ਨਹੀਂ ਆ ਰਹੀ। ਕਾਰਨ ਕੀ ਹੈ? ਉਹ ਫਕੀਰ ਜੀ ਕਹਿਣ ਲੱਗੇ, ਔਰੰਗਜ਼ੇਬ, ਅਸੀਂ ਪਰਮਾਤਮਾ ਦੇ ਨਾਮ ਦੇ ਪਰਵਾਨੇ, ਜਿਹੜੇ ਪਰਮਾਤਮਾ ਦੇ ਨਾਮ ਤੇ ਨਿਸ਼ਾਵਰ ਹੋ ਜਾਂਦੇ ਆ। ਤੂੰ ਹੈ ਇੱਕ ਗੰਦਗੀ ਦੀ ਮੱਖੀ, ਜਿਹੜੀ ਕਦੇ ਕਿਤੇ ਗੰਦਗੀ ਤੇ ਬੈਠ ਗਈ, ਕਦੇ ਕਿਤੇ ਗੰਦਗੀ ਤੇ ਬੈਠ ਗਈ। ਤੂੰ ਸੁਖੀ ਨਹੀਂ ਹੋ ਰਿਹਾ ਕਿਉਂਕਿ ਤੂੰ ਇਸ ਵਸਤੂ ਦਾ ਗਾਹਕ ਨਹੀਂ ਹੈ। ਅਸੀਂ ਪਰਮਾਤਮਾ ਦੇ ਨਾਮ ਤੇ ਨਿਸ਼ਾਵਰ ਹੋਣ ਵਾਲੇ ਪਰਵਾਨੇ ਆ। ਉੱਥੇ ਵੀ ਸੁੱਖ ਆਨੰਦ ਦੇ ਵਿੱਚ ਸੀ, ਅੱਜ ਤੇਰੀ ਜੇਲ੍ਹ ਦੇ ਵਿੱਚ ਵੀ ਸੁੱਖ ਆਨੰਦ ਦੇ ਵਿੱਚ। ਸ਼ੁਕਰ ਹੈ ਮੇਰੇ ਅੱਲਾਹ ਤਾਲਾ ਦਾ ਕਿ ਮੈਂ ਜਿੱਥੇ ਵੀ ਰਹਿ ਰਿਹਾ, ਜਿਹੋ ਜੀ ਜਗ੍ਹਾ ਤੇ ਰਹਿ ਰਿਹਾ, ਜਿਹੋ ਜਿਹੇ ਮਾਹੌਲ ਦੇ ਵਿੱਚ ਰਹਿ ਰਿਹਾ, ਪਰ ਪਰਮਾਤਮਾ ਦੀ ਯਾਦ ਹਜੇ ਤੱਕ ਮੇਰੇ ਹਿਰਦੇ ਦੇ ਵਿੱਚ ਵਸਦੀ ਹੈ। ਸ਼ੁਕਰ ਹੈ ਪਰਮਾਤਮਾ ਦਾ। ਸ਼ੁਕਰ ਹੈ ਤੇਰਾ ਐ ਪਰਮਾਤਮਾ ਕਿ ਤੂੰ ਹਜੇ ਤੱਕ ਤੇਰੀ ਯਾਦ ਮੇਰੇ ਹਿਰਦੇ ਦੇ ਅੰਦਰ ਚੱਲ ਰਹੀ ਹੈ। ਔਰੰਗਜ਼ੇਬ ਨੂੰ ਜਦ ਐਸਾ ਜਵਾਬ ਸਰਮਦ ਫਕੀਰ ਨੇ ਦਿੱਤਾ ਹੈ ਤੇ ਇਹੋ ਜੀ ਗੱਲ ਕਹਿਣੀ, ਉਹ ਵੀ ਇਤਨੇ ਵੱਡੇ ਰਾਜੇ ਮਹਾਰਾਜੇ ਦੇ ਸਾਹਮਣੇ, ਤੇ ਔਰੰਗਜ਼ੇਬ ਨੇ ਸਰਮਦ ਫਕੀਰ ਦਾ ਜੇਲ੍ਹ ਦੇ ਵਿੱਚ ਹੀ ਕਤਲ ਕਰਵਾ ਦਿੱਤਾ ਸੀ। ਕਿਉਂ? ਕਿਉਂਕਿ ਸੀਸਾ ਤੋੜਨਾ ਬੜਾ ਆਸਾਨ ਹੈ, ਇਹ ਦੁਨੀਆ ਨੇ ਬੜੇ ਸੀਸੇ ਤੋੜੇ ਨੇ, ਬੜੇ ਸੀਸੇ ਤੋੜੇ ਨੇ। ਪੱਥਰ ਨੂੰ ਤੋੜਨਾ ਬੜਾ ਕਠਿਨ ਹੈ, ਇਹ ਦੁਨੀਆ ਪੱਥਰ ਦੇ ਨੇੜੇ ਤੱਕ ਨਹੀਂ ਜਾਂਦੀ ਹੈ। ਦੁਨੀਆ ਦੇ ਵਿੱਚ ਕੋਈ ਵੀ ਦਿਨ ਐਸਾ ਨਹੀਂ ਆਇਆ ਕਿਸੇ ਪਾਗਲ ਮਨੁੱਖ ਨੂੰ ਜੇਲ੍ਹ ਖਾਨੇ ਦੇ ਵਿੱਚ ਰੱਖ ਕੇ ਸਜ਼ਾ ਦਿੱਤੀ ਗਈ ਹੋਵੇ ਮੌਤ ਦੀ। ਕਿਸੇ ਪਾਗਲ ਮਨੁੱਖ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੋਵੇ, ਜੇਲ੍ਹ ਦੇ ਵਿੱਚ ਉਹਨੂੰ ਸਜ਼ਾ ਦਿੱਤੀ ਗਈ ਹੋਵੇ, ਦੁਨੀਆ ਦੇ ਵਿੱਚ ਐਸਾ ਕਦੇ ਨਹੀਂ ਆਇਆ। ਜਦ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ, ਜਦ ਵੀ ਉਹਨਾਂ ਨੂੰ ਕੋਈ
ਸਜ਼ਾ ਦਾ ਐਲਾਨ ਹੁੰਦਾ ਹੈ ਤੇ ਸੀਸਿਆਂ ਵਾਸਤੇ ਹੁੰਦਾ ਹੈ, ਪੱਥਰਾਂ ਵਾਸਤੇ ਨਹੀਂ ਹੈ। ਔਰੰਗਜ਼ੇਬ ਮੈਂ ਤੇਰੇ ਪਰਦੇ ਕੱਜ ਕੇ ਰੱਖੇ ਹੋਏ ਨੇ, ਇਸੇ ਕਰਕੇ ਆਪਣੇ ਸਰੀਰ ਨੂੰ ਨਗਨ ਰੱਖਿਆ ਹੋਇਆ ਹੈ। ਜਿੰਨੇ ਮੈਂ ਸਰੀਰ 'ਤੇ ਵਸਤਰ ਪਾਉਣੇ ਸਨ, ਇਹ ਸਭ ਦੇ ਸਭ ਵਸਤਰ ਸੀ ਜਿਹੜੇ ਉਹ ਤੇਰੇ ਵੱਡੇ ਹੋਏ ਸਿਰ, ਉਹਨਾਂ 'ਤੇ ਮੈਂ ਪਰਦਾ ਪਾ ਕੇ ਰੱਖਿਆ ਹੈ। ਬੜੇ ਮਾੜੇ ਕਰਮ ਕਰਦਾ। ਨਾਸਤਕ ਬੰਦਿਆਂ ਦਾ ਜੀਵਨ ਇਹੋ ਹੀ ਹੁੰਦਾ, ਬੜੇ ਮਾੜੇ ਕਰਮ ਕਰਦੇ ਨੇ। ਗੁਰਮੁਖਾਂ ਦੀ ਅਵਸਥਾ ਹੁੰਦੀ ਹੈ ਕਿ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਪਰਮਾਤਮਾ ਦਾ ਸਦਾ ਵਾਸਤੇ ਸ਼ੁਕਰਾਨਾ ਕਰਦੇ ਰਹਿੰਦੇ ਨੇ, ਸ਼ੁਕਰਾਨੇ ਦੇ ਵਿੱਚ ਲੱਗੇ ਰਹਿੰਦੇ ਨੇ। ਇਹ ਪਰਮਾਤਮਾ ਸ਼ੁਕਰ ਹੈ ਕਿ ਦਿਨ ਆਇਆ ਸੀ ਤੇਰੇ, ਬੜੇ ਸੁੱਖ ਆਨੰਦ ਦੇ ਨਾਲ ਬਤੀਤ ਹੋਇਆ, ਹੁਣ ਰਹਿਣ ਆਉਣ ਲੱਗੀ ਹੈ। ਆਪ ਜੀ ਪਹਿਲੇ ਪਹਿਰ ਦੇ ਵਿੱਚ ਹੀ ਰਹਿਣ ਦੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਰਹਿਣ ਸੁੱਖ ਦੇ ਨਾਲ ਬਤੀਤ ਹੋਵੇ, ਰਾਤ ਸੁੱਖ ਆਨੰਦ ਦੇ ਨਾਲ ਬਤੀਤ ਹੋਵੇ, ਪਰ ਐਸਾ ਨਾਸਤਕ ਬੰਦੇ ਨਹੀਂ ਕਰਦੇ, ਐਸਾ ਚੋਰ ਨਹੀਂ ਕਰਦੇ, ਕਿਉਂਕਿ ਚੋਰਾਂ ਵਾਸਤੇ ਅੰਧਕਾਰ ਚਾਹੀਦਾ, ਹਨੇਰਾ ਚਾਹੀਦਾ, ਉਹਨਾਂ ਨੂੰ ਰਾਤ ਦੀ ਲੋੜ ਪੈਂਦੀ ਹੈ। ਬਹੁਤੇ ਸਾਜੇ ਹੋਏ ਸ੍ਰਿਸ਼ਟੀ ਦੇ ਵਿੱਚ ਜਾਨਵਰ ਐਸੇ ਨੇ ਜਿਹੜੇ ਹਮੇਸ਼ਾ ਰਾਤ ਨੂੰ ਜਾਗਦੇ ਨੇ। ਉੱਲੂ ਰਾਤ ਨੂੰ ਜਾਗਦੇ ਨੇ, ਚਮਗਾਦੜ ਰਾਤ ਨੂੰ ਜਾਗਦੇ ਨੇ, ਬਿੱਲੀ ਰਾਤ ਨੂੰ ਜਾਗਦੀ ਹੈ, ਸੱਪ ਰਾਤ ਨੂੰ ਖੁੱਡਾਂ ਵਿੱਚੋਂ ਬਾਹਰ ਨਿਕਲਦੇ ਨੇ, ਸ਼ੇਰ ਰਾਤ ਦੇ ਅੰਧਕਾਰ ਦੇ ਵਿੱਚ ਸ਼ਿਕਾਰ ਕਰਦਾ ਹੈ। ਮਾਫ਼ ਕਰਨਾ, ਜਿੰਨੇ ਰਾਤ ਨੂੰ ਜਾਗਣ ਵਾਲੇ ਨੇ ਸਭ ਦੇ ਸਭ ਜਾਨਵਰ ਹਿੰਸਕ ਨੇ। ਸੁੱਤੇ ਪਏ ਜਾਨਵਰਾਂ ਨੂੰ ਮਾਰ ਮਾਰ ਕੇ ਖਾ ਜਾਂਦੇ ਨੇ, ਉਹਨਾਂ ਦੇ ਬੱਚਿਆਂ ਨੂੰ ਖਾ ਜਾਂਦੇ ਨੇ। ਦਿਨ ਅਤੇ ਰਾਤ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਗੁਰਮੁਖ ਜਨ, ਤੇ ਮਨਮੁਖ ਬੰਦੇ ਰਾਤ ਦੇ, ਇਹਨਾਂ ਦਾ ਜੀਵਨ ਰਾਤ ਦਾ ਹੈ, ਜਾਨਵਰਾਂ ਵਰਗਾ। ਇਹਨਾਂ ਨੇ ਕਲੱਬਾਂ ਨੂੰ ਜਨਮ ਦਿੱਤਾ ਹੈ, ਥੀਏਟਰਾਂ ਨੂੰ ਜਨਮ ਦਿੱਤਾ ਹੈ, ਜੂਏ ਖਾਨਿਆਂ ਨੂੰ, ਸ਼ਰਾਬ ਖਾਨਿਆਂ ਨੂੰ, ਕਲੱਬਾਂ ਨੂੰ, ਥੀਏਟਰਾਂ ਨੂੰ, ਇਹਨਾਂ ਸਾਰਿਆਂ ਨੂੰ ਜਨਮ ਦਿੱਤਾ। ਇਹਨਾਂ ਦੀਆਂ ਰੌਣਕਾਂ ਰਾਤ ਦੀਆਂ ਨੇ, ਦਿਨ ਦੀਆਂ ਰੌਣਕਾਂ ਨਹੀਂ। ਸ਼ਰਾਬ ਖਾਨੇ, ਜੂਏ ਖਾਨੇ, ਕਲੱਬਾਂ ਦੇ ਵਿੱਚ, ਥੀਏਟਰਾਂ ਦੇ ਵਿੱਚ ਇਹਨਾਂ ਦੀ ਰੌਣਕ ਹੈ ਜਿਹੜੀ, ਇਹ ਰਾਤ ਦੀ ਹੈ, ਦਿਨ ਦੀ ਰਾਤ ਨਹੀਂ ਹੈ। ਦਿਨ ਤੇ ਉਹ ਸੁੰਨੇ ਰਹਿੰਦੇ ਨੇ। ਇਸ ਮਨੁੱਖ ਨੇ ਜਨਮ ਉਹਨਾਂ ਨੂੰ ਦਿੱਤਾ ਹੈ। ਨਾਸਤਕ ਬੰਦਿਆਂ ਦੀ ਗੱਲ ਤੋ ਜਿਹੜੇ ਗੁਰਮੁਖ ਸੱਜਣ ਨੇ, ਉਹ ਤੇ ਪਰਮਾਤਮਾ ਦਾ ਜਦ ਰਾਤ ਲੰਘਦੀ ਹੈ, ਦਿਨ ਸ਼ੁਰੂ ਹੁੰਦਾ, ਇਹਦੇ ਵਿਚਕਾਰ ਦੇ ਸਮੇਂ ਦੇ ਵਿੱਚ ਪਰਮਾਤਮਾ ਅੱਗੇ ਆਪਣਾ ਸ਼ੁਕਰਾਨਾ ਅਦਾ ਕਰਦੇ ਨੇ। ਪਰਮਾਤਮਾ ਦਿਨ ਦੀ ਬਖਸ਼ਿਸ਼ ਆਪ ਜੀਆਂ ਵੱਲੋਂ ਹੋ ਰਹੀ ਹੈ, ਆਪ ਜੀ ਕਿਰਪਾ ਕਰਿਓ ਸਾਰਾ ਦਿਨ ਮੈਥੋਂ ਕੋਈ ਕਰਮ ਮਾੜਾ ਨਾ ਹੋਵੇ, ਮੈਂ ਕਿਸੇ ਦਾ ਦਿਲ ਨਾ ਦੁਖਾਵਾਂ। ਦਿਨ ਬਤੀਤ ਹੋ ਗਿਆ, ਪਰਮਾਤਮਾ ਸ਼ੁਕਰ ਹੈ ਤੁਹਾਡੀ ਕਿਰਪਾ ਦੇ ਨਾਲ ਰਹਿਣ ਆਉਣ ਲੱਗੀ ਹੈ, ਤੇ ਤੁਹਾਡਾ ਸ਼ੁਕਰ ਹੈ ਕਿ ਰਹਿਣ ਸੁੱਖ ਆਨੰਦ ਦੇ ਨਾਲ ਬਤੀਤ ਹੋਵੇ। ਤੋ ਸਾਰੇ ਗੁਨਾਹਾਂ ਦੀ ਕੀਤੇ ਹੋਇਆਂ ਦੀ ਮਾਫੀ ਦਿਨ ਅਤੇ ਰਾਤ ਮਨੁੱਖ ਮੰਗਦਾ ਹੀ ਰਹਿੰਦਾ ਹੈ। ਕਿਉਂਕਿ ਕਿਸੇ ਮਨੁੱਖ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਅੱਜ ਦਾ ਦਿਨ ਸਾਡਾ ਆਖਰੀ ਦਿਨ ਹੋਵੇ ਜਾਂ ਅੱਜ ਦੀ ਰਾਤ ਸਾਡੀ ਲਾਸਟ ਰਾਤ ਹੋਵੇ। ਸਰੀਰ ਦਾ ਕੀ ਪਤਾ ਕਦ ਮੁੱਕ ਜਾਣਾ ਹੈ, ਕਦ ਸਵਾਸ ਚਲੇ ਜਾਣੇ ਨੇ। ਤੋ ਗੁਰਮੁਖਾਂ ਦੀ ਅਵਸਥਾ ਇਹ ਹੈ ਕਿ ਉਹ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਲੱਗੇ ਰਹਿੰਦੇ ਹਨ। ਮਨਮੁਖ ਬੰਦਿਆਂ ਦੀ ਇਹ ਅਵਸਥਾ ਹੈ ਕਿ ਉਹ ਬਾਹਰੋਂ ਬੜੇ ਤਾਕਤਵਰ ਹੋ ਜਾਂਦੇ ਨੇ, ਅੰਦਰੋਂ ਬਿਲਕੁਲ ਉਹ ਖਾਲੀ ਹੋ ਜਾਂਦੇ ਨੇ। ਤੋ ਜਿੰਨਾ ਮਨੁੱਖ ਬਾਹਰੋਂ ਤਾਕਤਵਰ ਹੋਵੇਗਾ, ਬਾਹਰੋਂ ਸੁਖੀ ਹੋਵੇਗਾ, ਜਿੱਡੇ ਵੱਡੇ ਬਾਹਰਲੇ ਸੁੱਖ ਉਹਦੇ ਕੋਲੇ ਹੋਣਗੇ, ਓਨਾ ਹੀ ਮਨੁੱਖ ਆਪਣੇ ਅੰਦਰੋਂ ਦੁਖੀ ਹੋਵੇਗਾ, ਅੰਦਰੋਂ ਓਨਾ ਹੀ ਉਸ ਦੇ ਅੰਦਰ ਕੰਗਾਲਤਾ ਹੋਵੇਗੀ। ਜਿੰਨੇ ਵੱਡੇ ਉਹਦੇ ਕੋਲੇ ਸੁੱਖ ਹੋਣਗੇ, ਅੰਦਰੋਂ ਓਨੇ ਹੀ ਵੱਡੇ ਉਹਦੇ ਕੋਲੇ ਦੁੱਖ ਹੋਣਗੇ।
ਤੋ ਧਰਮ ਦੇ ਵਿੱਚ ਤੇ ਚੱਲਿਆ ਕਿ ਕਿਸੇ ਮਨੁੱਖ ਨੂੰ ਦੇਖਣਾ ਹੋਵੇ ਕਿ ਦੁਖੀ ਕਿੰਨਾ ਕੁ ਹੈ, ਜਿੱਡਾ ਵੱਡਾ ਉਹ ਸੁਖੀ ਹੈ, ਜਿੰਨੇ ਉਹਦੇ ਕੋਲੇ ਸੁੱਖ ਨੇ ਉਹਨੇ ਉਹਦੇ ਕੋਲੇ ਦੁੱਖ ਨੇ, ਵੱਡੇ ਵੱਡੇ ਦੁੱਖ ਨੇ। ਧਨਵਾਨ ਕਿੰਨਾ ਕੁ ਹੈ, ਕੰਗਾਲ ਕਿੰਨਾ ਕੁ ਹੈ, ਬਾਹਰੋਂ ਦੇਖ ਲੈਣਾ ਕਿ ਬਾਹਰੋਂ ਅਮੀਰ ਕਿੰਨਾ ਕੁ ਹੈ, ਓਨਾ ਹੀ ਅੰਦਰੋਂ ਕੰਗਾਲ ਹੋਵੇਗਾ। ਇਹ ਪੈਮਾਨੇ ਨੇ ਮਨੁੱਖ ਦੀ ਜ਼ਿੰਦਗੀ ਨੂੰ ਨਾਪ ਤੋਲ ਕਰਨ ਦੇ। ਸੋ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਣਾ ਜਿਹੜਾ ਸਮਾਪਤੀ ਦਾ ਸਮਾਂ ਹੋ ਚੁੱਕਿਆ ਹੈ। ਗੁਰੂ ਸਾਹਿਬ ਜੀ ਮਹਾਰਾਜ ਨੇ ਜਿਤਨਾ ਕੁ ਸਮਾਂ ਅਕਾਲ ਪੁਰਖ ਮਹਾਰਾਜ ਜੀ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਉਹਨਾਂ ਕੁ ਸਮਾਂ ਆਪਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਕੇ ਜਨਮ ਦੇ ਕੁਛ ਪਲ ਕੁਛ ਘੜੀਆਂ ਸਫਲੀਆਂ ਕਰਨ ਦੇ ਯਤਨ ਕਰਦੇ ਹਾਂ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।